गूजरी श्री रविदास जी के पदे घर तीजा। एक ओंकार सत गुर प्रसाद। एक ओंकार तो भाव एक सर्व व्यापक परम सत्या, जिस करके उत्पत्ति लैता पालन और संचालन हो रहा है, जो सर्व व्यापक है। ए दिसदा जगत जिसका प्रतख रूप है। सत का मतलब सदैव है, अविनाशी है। गुर प्रसाद तो भाव गुरु दी रहमत बख्शिश सदका ऐसे महान प्रभु दे नाल सांझ बनदी है। दूध तां बछड़े थनों बिटारियो। बछड़े दा मतलब वच्छे ने, बिटारियो दा मतलब झूठा कर दिता है, थनों दा मतलब थना तो। इस पावन शब्द राही भगत रविदास जी सानू समझा रहे हैं कि प्रभु दी असली भगती बंदगी की है, और जेडे कुछ वहम और भरम ने उन्हां दा खंडन करके सानू ये समझा रहे ने कि इस राही ऐसे कर्मां राही रब नूं खुश नहीं किया जा सकता, प्रभु विच अभेद नहीं होया जा सकता। ਤਾਂ ਹੁਣ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ दूध ਤਾਂ बछड़े थनों बिटारियो। ਦੁੱਧ ਤਾਂ ਥਣਾ ਤੋਂ ਹੀ ਬੱਚੇ ਨੇ ਝੂਠਾ ਕਰ ਦਿੱਤਾ ਹੈ। ਜਦੋਂ ਗਾਂ ਦੇ ਥੱਲੇ ਅਸੀਂ ਵੱਛਾ ਛੱਡਦੇ ਹਾਂ ਤਾਂ ਉਸ ਨੂੰ ਤਾਂ ਵੱਛੇ ਨੇ ਝੂਠਾ ਕਰ ਦਿੱਤਾ ਹੈ। ਹੁਣ ਜੇ ਅਸੀਂ ਇਹ ਸੋਚੀਏ ਕਿ ਪ੍ਰਭੂ ਨੂੰ ਮੈਂ ਪ੍ਰਸੰਨ ਕਰਾਂ, ਸੁੱਚਾ ਦੁੱਧ ਲਿਆ ਕੇ, ਸੁੱਚੇ ਦੁੱਧ ਦੀ ਖੀਰ ਆਦਿਕ ਬਣਾ ਕੇ, ਤਾਂ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਉਹ ਤਾਂ ਪਹਿਲਾਂ ਹੀ ਝੂਠਾ ਹੋ ਚੁੱਕਾ ਹੈ, ਵੱਛੇ ਨੇ ਝੂਠਾ ਕਰ ਦਿੱਤਾ ਹੈ। ਇਸ ਲਈ ਐਵੇਂ ਤੁਸੀਂ ਕਿਵੇਂ ਖੁਸ਼ ਕਰ ਲੋਗੇ? ਭਾਵ ਕਿ ਪ੍ਰਭੂ ਨੂੰ ਦੁੱਧ ਆਦਿਕ ਦੇ ਭੋਗ ਲਵਾ ਕੇ ਪ੍ਰਸੰਨ ਕਿਵੇਂ ਕਰ ਲੋਗੇ? ਫੂਲ ਭਵਰ ਜਲ ਮੀਨ ਬਿਗਾਰਿਓ। ਭਵਰ ਦਾ ਮਤਲਬ ਭੰਵਰਾ, ਮੀਨ ਦਾ ਮਤਲਬ ਮੱਛੀ ਨੇ। ਹੁਣ ਆਮ ਬੰਦਾ ਸੋਚਦਾ ਹੈ ਕਿ ਮੈਂ ਰੱਬ ਨੂੰ ਫੁੱਲ ਭੇਟ ਕਰਾਂ, ਫੁੱਲਾਂ ਦਾ ਗੁਲਦਸਤਾ, ਔਰ ਸ਼ਾਇਦ ਪ੍ਰਭੂ ਪ੍ਰਸੰਨ ਹੋ ਜਾਏ। ਲੋਕ ਜਿਵੇਂ ਮੂਰਤੀਆਂ ਅੱਗੇ ਚੜਾਉਂਦੇ ਨੇ, ਚਾਹੇ ਉਹ ਮੂਰਤੀ ਕਾਗਜ਼ ਦੀ ਜਾਂ ਪੱਥਰ ਦੀ ਕਿਵੇਂ ਵੀ ਹੈ, ਤਾਂ ਫੁੱਲ ਭੌਰੇ ਨੇ ਸੁੰਘ ਕੇ, ਔਰ ਪਾਣੀ ਜਿਹੜਾ ਹੈ ਮੱਛੀ ਨੇ ਖਰਾਬ ਕਰ ਦਿੱਤਾ ਹੈ। यानी दुध फुल और पानी ਇਹ ਤਿੰਨੇ ਹੀ ਝੂਠੇ ਹੋ ਗਏ ਨੇ। ਤਾਂ ਪ੍ਰਭੂ ਅੱਗੇ ਭੇਟਾ ਕਿਵੇਂ ਕਰੀਏ, ਜਿਨ੍ਹਾਂ ਨੂੰ ਤੁਸੀਂ ਸੁੱਚੇ ਸਮਝਦੇ ਹੋ? ਕੀ ਭੇਟਾ ਕਰੀਏ? ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋਂ। ਚਰਾਵੋਂ ਨਹੀਂ ਪੜਨਾ, ਚਰਾਵੋਂ। ਰਾਰੇ ਥੱਲੇ ਅੱਧਾ ਹਾ ਲਾ ਕੇ ਚਰਾਵੋਂ। ਚਰਾਵੋਂ ਨਹੀਂ ਬੋਲਣਾ। ਚਰਾਵੋਂ ਦਾ ਮਤਲਬ ਹੋ ਜਾਏਗਾ ਕਿਸੇ ਚੀਜ਼ ਨੂੰ ਚਰਾਣਾ। ਇਹ ਹੈ ਚਰਾਵੋਂ। ਚਰਾਵੋਂ ਦਾ ਮਤਲਬ ਚੜਾਣਾ। ਮਾਈ ਦਾ ਮਤਲਬ ਹੇ ਮਾਂ। ਕਹਾ ਦਾ ਮਤਲਬ ਕੀ, ਕਿ ਹੇ ਮਾਂ, ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕਿਹੜੀ ਚੀਜ਼ ਲੈ ਕੇ ਭੇਟਾ ਕਰਾਂ? ਕਹਾ ਲੈ ਚੜਾਵਾਂ, ਕੀ ਚੜਾਵਾਂ, ਔਰ ਕਿੱਥੋਂ ਲੈ ਕੇ ਚੜਾਵਾਂ? ਅਵਰ ਨਾ ਫੂਲ ਅਨੂਪ ਨਾ ਪਾਵੋਂ। ਅਨੂਪ ਦਾ ਮਤਲਬ ਅਨੁਪਮ, ਜਿਸ ਵਰਗਾ ਕੋਈ ਹੋਰ ਸੁੰਦਰ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਇਸ ਘਾਟ ਕਰਕੇ ਸੋਹਣੇ ਪ੍ਰਭੂ ਨੂੰ ਮੈਂ ਪ੍ਰਾਪਤ ਨਹੀਂ ਕਰ ਸਕਾਂਗਾ। ਦੂਜਾ ਇਸ ਦਾ ਅਰਥ ਇਹ ਕੀਤਾ ਹੈ ਕਿ ਮੈਨੂੰ ਕੋਈ ਐਸਾ ਸੁੰਦਰ ਫੁੱਲ ਨਹੀਂ ਲੱਭਦਾ ਜਿਸ ਰਾਹੀਂ ਮੈਂ ਪ੍ਰਭੂ ਨੂੰ ਪਾ ਲਵਾਂ। ਔਰ ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰ ਰਹੇ ਨੇ ਕਿ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ। ਅਵਰ ਨਾ ਫੂਲ, ਕਿ ਮੇਰੇ ਕੋਲ ਹੋਰ ਫੁੱਲ ਵਗੈਰਾ ਨਹੀਂ ਹੈ। ਅਨੂਪ ਨਾ ਪਾਵੋਂ, ਕਿ ਮੈਂ ਅਨੁਪਮ ਪ੍ਰਭੂ ਨੂੰ ਨਹੀਂ ਪ੍ਰਾਪਤ ਕਰ ਸਕਾਂਗਾ। ਰਹਾਓ ਮੈਲਾਗਰ ਬੇਰੈ ਹੈ ਭੁਜੰਗਾ। ਮੈਲਾਗਰ ਦਾ ਮਤਲਬ ਮੱਲੇ ਅਗਰ, ਮੱਲੇ ਪਰਬਤ ਤੇ ਉੱਗੇ ਹੋਏ ਚੰਦਨ ਦੇ ਬੂਟੇ। ਬੇਰੈ ਦਾ ਮਤਲਬ ਵੇੜੇ ਹੋਏ, ਲਪੇਟੇ ਹੋਏ। ਭੁਜੰਗਾ ਦਾ ਮਤਲਬ ਸੱਪ। ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਨੇ। ਜੇ ਮੈਂ ਕਹਾਂ ਕਿ ਚੰਦਨ ਚੜਾ ਕੇ ਪ੍ਰਭੂ ਨੂੰ ਖੁਸ਼ ਕਰਾਂ, ਤਾਂ ਚੰਦਨ ਦੇ ਬੂਟਿਆਂ ਤੇ ਸੱਪ ਚੰਬੜੇ ਹੋਏ ਨੇ, ਜਿਨ੍ਹਾਂ ਨੂੰ ਉਹਨਾਂ ਨੇ ਝੂਠਾ ਕੀਤਾ ਹੋਇਆ ਹੈ। ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਜੇ ਮੈਂ ਕਹਾਂ ਕਿ ਸਮੁੰਦਰ ਦਾ ਪਾਣੀ ਲੈ ਆਵਾਂ, ਜਾਂ ਮੈਂ ਅੰਮ੍ਰਿਤ ਨੂੰ ਚੜਾ ਦਿਆਂ ਜਿਹੜਾ ਸਮੁੰਦਰ ਚੋਂ ਨਿਕਲਦਾ ਹੈ, ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਜ਼ਹਿਰ ਔਰ ਅੰਮ੍ਰਿਤ ਇਹ ਵੀ ਸਮੁੰਦਰ ਵਿੱਚ ਇਕੱਠੇ ਹੀ ਵਸਦੇ ਨੇ।
ਇਹ ਵੀ ਦੋਵੇਂ ਇਕੱਠੇ ਨੇ। ਧੂਪ ਦੀਪ ਨਈ ਬੇਦਹਿ ਬਾਸਾ। ਦੀਪ ਦਾ ਮਤਲਬ ਦੀਵਾ, ਨਈ ਵੇਦ ਕਹਿੰਦੇ ਨੇ ਕਿਸੇ ਬੁੱਤ ਜਾਂ ਦੇਵਤੇ ਅੱਗੇ ਖਾਣ ਵਾਲੀਆਂ ਚੀਜ਼ਾਂ ਦੀ ਭੇਟਾ ਕਰਨੀ, ਇਹਨੂੰ ਨਈ ਵੇਦ ਕਹਿੰਦੇ ਨੇ, ਕਿਸੇ ਮੂਰਤੀ ਅੱਗੇ। ਬਾਸਾ ਦਾ ਮਤਲਬ ਬਾਸ਼ਨਾ, ਸੁਗੰਧੀ। ਧੂਪ ਦੀਪ ਨਈ ਵੇਦੈ ਬਾਸਾ, ਤਾਂ ਸੁਗੰਧੀ ਆ ਜਾਣ ਕਰਕੇ ਧੂਪ, ਦੀਪ ਤੇ ਨੈਵੇਦ ਵੀ ਜੀਠੇ ਹੋ ਜਾਂਦੇ ਨੇ। ਜੇ ਮੈਂ ਕਹਾਂ ਕਿ ਦੀਵਾ ਜਗਾ ਕੇ ਪ੍ਰਸੰਨ ਕਰ ਲਵਾਂ ਤਾਂ ਦੀਵੇ ਦੀ ਲੋ ਤਾਂ ਮੇਰੀਆਂ ਅੱਖਾਂ 'ਚ ਵੀ ਪੈ ਰਹੀ ਹੈ। ਜੇ ਮੈਂ ਕਹਾਂ ਨਈ ਵੇਦ, ਯਾਨੀ ਜਿਹੜੇ ਖਾਣ ਵਾਲੇ ਪਦਾਰਥ ਨੇ, ਖੀਰ, ਕੜਾਹ ਆਦਿਕ, ਚੰਗੀਆਂ ਸਬਜ਼ੀਆਂ ਭਾਜੀਆਂ, ਤਾਂ ਜਦੋਂ ਅਸੀਂ ਖੀਰ, ਕੜਾਹ ਆਦਿਕ ਬਣਾਉਂਦੇ ਹਾਂ, ਉਹਨਾਂ ਦੀ ਬਾਸ਼ਨਾ, ਸੁਗੰਧ ਸਾਡੇ ਨੱਕ ਵਿੱਚ ਆ ਜਾਂਦੀ, ਉਹ ਤਾਂ ਝੂਠਾ ਹੋ ਗਿਆ। ਇਸੇ ਤਰ੍ਹਾਂ ਧੂਪ ਸੁਗੰਧੀ ਆ ਜਾਣ ਕਰਕੇ ਧੂਪ, ਦੀਪ ਤੇ ਨੈਵੇਦ ਵੀ ਪਵਿੱਤਰ ਨਾ ਰਹੇ। ਕੈਸੇ ਪੂਜ ਕਰਹਿ ਤੇਰੀ ਦਾਸਾ। ਤਾਂ ਭਗਤ ਰਵਿਦਾਸ ਜੀ ਇੱਕ ਸਵਾਲ ਕਰਦੇ ਨੇ ਕਿ ਹੇ ਪ੍ਰਭੂ, ਜੇ ਤੇਰੀ ਪੂਜਾ ਸਿਰਫ ਇਹਨਾਂ ਚੀਜ਼ਾਂ ਦੇ ਨਾਲ ਹੀ ਹੋ ਸਕਦੀ ਹੋਵੇ ਤਾਂ ਫਿਰ ਤੇਰੇ ਭਗਤ ਕਿਸ ਤਰ੍ਹਾਂ ਪੂਜਾ ਕਰਨ। ਤੇਰੇ ਭਗਤ ਜਿਹੜੇ ਨੇ, ਜਿਹੜੇ ਤੇਰੇ ਪਿਆਰੇ ਨੇ, ਜੋ ਤੈਨੂੰ ਪਾਣਾ ਚਾਹੁੰਦੇ ਨੇ, ਫਿਰ ਉਹ ਕਿਵੇਂ ਪੂਜਾ ਕਰਨ, ਕਿਉਂਕਿ ਇਹਨਾਂ ਪੂਜਾਵਾਂ ਦੇ ਨਾਲ ਤਾਂ ਫਿਰ ਝੂਠ ਆ ਗਈ ਨਾ। ਤਾਂ ਹੁਣ ਹੱਲ ਦੱਸ ਰਹੇ ਨੇ ਕਿ ਅਸਲ ਹੱਲ ਕੀ ਹੈ, ਅਸਲ ਭਗਤੀ ਬੰਦਗੀ ਕੀ ਹੈ। ਇਹ ਸਾਰੇ ਕਰਮ ਕਾਂਡ ਨੇ, ਇਹਨਾਂ ਰਾਹੀਂ ਰੱਬ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਤਾਂ ਭਗਤ ਰਵਿਦਾਸ ਜੀ ਹੱਲ ਦੱਸ ਰਹੇ ਨੇ, ਤਨ ਮਨ ਅਰਪੋਂ ਪੂਜ ਚਰਾਵੋਂ। ਚਰਾਵੋਂ ਪੜਨਾ ਹੈ ਰਾਰੇ ਥੱਲੇ ਅੱਧਾ ਹਾਹਾ ਲਗਾ ਕੇ। ਅਰਪੋਂ ਦਾ ਮਤਲਬ ਮੈਂ ਅਰਪਦਿਆਂ, ਭੇਟ ਕਰਦਿਆਂ। ਹੇ ਪ੍ਰਭੂ, ਮੈਂ ਆਪਣਾ ਤਨ ਔਰ ਮਨ ਅਰਪਣ ਕਰਦਾ ਹਾਂ ਔਰ ਤੇਰੀ ਪੂਜਾ ਵਜੋਂ ਭੇਟਾ ਕਰਦਾ ਹਾਂ ਆਪਣਾ ਤਨ ਔਰ ਆਪਣਾ ਮਨ। ਹੁਣ ਇੱਥੇ ਤਨ ਔਰ ਮਨ ਨੂੰ ਭੇਟਾ ਕਰਨ ਨੂੰ ਸਮਝ ਲੈਣਾ। ਮਨ ਭੇਟਾ ਕਰਨ ਦਾ ਮਤਲਬ ਹੈ ਕਿ ਜੋ ਮੇਰੀ ਸੋਚ ਹੈ, ਮੈਂ ਆਪਣੀ ਸੋਚ ਨੂੰ ਛੱਡ ਕੇ ਤੇਰੀ ਸੋਚ ਦੇ ਵਿੱਚ ਆਪਣੀ ਸੋਚ ਨੂੰ ਮਿਲਾਂਗਾ। ਤੇ ਤਨ ਭੇਟਾ ਕਰਨ ਦਾ ਮਤਲਬ ਹੈ ਜਿਹੜੇ ਮੇਰੇ ਸਰੀਰ ਕਰਕੇ ਕੰਮ ਨੇ ਨਾ, ਉਹ ਮੈਂ ਤੇਰੀ ਰਜ਼ਾ ਭਾਣੇ ਵਿੱਚ ਕਰਾਂਗਾ। ਜਿਵੇਂ ਮੈਂ ਅੱਖਾਂ ਤੈਨੂੰ ਭੇਟਾ ਕਰ ਦਿੱਤੀਆਂ, ਤਾਂ ਇਹਦਾ ਮਤਲਬ ਇਹ ਨਹੀਂ ਕਿ ਡੇਲੇ ਕੱਢ ਕੇ ਰੱਬ ਨੂੰ ਦੇ ਦਿੱਤੇ। ਅੱਖਾਂ ਭੇਟਾ ਕਰਨ ਦਾ ਮਤਲਬ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਹਰ ਜੀਵ ਜੰਤ ਅੰਦਰ, ਮਨੁੱਖ ਮਾਤਰ ਵਿੱਚ ਰੱਬ ਨੂੰ ਵੇਖਾਂਗਾ, ਰੱਬ ਵਰਗਾ ਵਿਹਾਰ ਕਰਾਂਗਾ। ਅੱਖਾਂ ਦੇ ਨਾਲ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਾਂ। ਕੰਨਾਂ ਦੇ ਨਾਲ ਮੈਂ ਸੱਚ ਸੁਣਾ, ਜ਼ਬਾਨ ਨਾਲ ਮੈਂ ਮਿੱਠੇ ਪਿਆਰੇ ਸੱਚੇ ਬੋਲ ਬੋਲਾਂ, ਹੱਥਾਂ ਦੇ ਨਾਲ ਮੈਂ ਇਮਾਨਦਾਰੀ ਦੀ ਕਿਰਤ ਕਰਾਂ, ਪੈਰਾਂ ਦੇ ਨਾਲ ਮੈਂ ਸਿੱਧੇ ਰਾਹਾਂ ਤੇ ਜਾਵਾਂ। ਇਹਨੂੰ ਕਹਿੰਦੇ ਨੇ ਤਨ ਅਰਪਣਾ। ਤੇ ਮਨ ਅਰਪਣ ਦਾ ਮਤਲਬ ਜੋ ਗੰਦੀ ਮੇਰੀ ਮਾੜੀ ਮੈਂਟੈਲਿਟੀ ਹੈ, ਉਹਨੂੰ ਮੈਂ ਤਿਆਗ ਦਿਆਂ। ਇਹ ਹੈ ਅਸਲੀ ਪੂਜਾ, ਇਹ ਹੈ ਅਸਲੀ ਭਗਤੀ, ਪ੍ਰਭੂ ਦੇ ਅੰਦਰ ਲੀਨਤਾ ਦੀ। ਤਨ ਮਨ ਅਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਪਰ ਇਹ ਸਾਰੀਆਂ ਦਾਤਾਂ, ਗਿਆਨ ਮੈਨੂੰ ਕਿੱਥੋਂ ਮਿਲੇਗਾ? ਗੁਰੂ ਪਾਸੋਂ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ। ਤਾਂ ਸਤਿਗੁਰ ਦੀ ਮਿਹਰ ਦੀ ਬਰਕਤ ਨਾਲ ਮੈਨੂੰ ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਮਿਲ ਸਕਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਜੇ ਮੈਂ ਤਨ ਮਨ ਅਰਪਦਿਆਂ ਤਾਂ ਮੇਰਾ ਮਿਲਾਪ ਪ੍ਰਭੂ ਦੇ ਨਾਲ ਹੋ ਸਕਦਾ ਹੈ। ਇਹਨਾਂ ਕਰਮ ਕਾਂਡਾਂ ਦੇ ਨਾਲ ਰੱਬ ਪ੍ਰਸੰਨ ਨਹੀਂ ਹੁੰਦਾ। ਜੋ ਰੱਬ ਦੀ ਭਗਤੀ ਬੰਦਗੀ ਹੈ, ਉਹ ਹੈ ਗੁਰੂ ਦੇ ਗਿਆਨ ਦੀ ਰਾਹੀਂ ਰੱਬੀ ਰਜ਼ਾ ਦੇ ਅੰਦਰ ਤੁਰਨਾ ਔਰ ਆਪਣੀ ਮਾਨਸਿਕਤਾ ਨੂੰ, ਆਪਣੀ ਸੋਚ ਨੂੰ ਪਾਵਨ ਔਰ ਪਵਿੱਤਰ ਕਰਨਾ, ਤੇ ਆਪਣੇ ਬਿਹੇਵੀਅਰ ਨੂੰ, ਆਪਣੇ ਵਿਹਾਰ ਨੂੰ, ਆਚਰਨ ਨੂੰ ਉੱਚਾ ਔਰ ਸੁੱਚਾ ਰੱਖਣਾ। ਇਹੀ ਉਸ ਪ੍ਰਭੂ ਦੀ ਭਗਤੀ ਬੰਦਗੀ ਹੈ। ਇਸੇ ਤਰ੍ਹਾਂ ਹੀ ਅਸੀਂ ਉਸ ਪ੍ਰਭੂ ਦੇ ਵਿੱਚ ਲੀਨਤਾ ਹਾਸਲ ਕਰ ਸਕਦੇ ਹਾਂ, ਨਿਰੰਜਨ ਨੂੰ ਪਾ ਸਕਦੇ ਹਾਂ, ਸੰਸਾਰ ਅੰਦਰ ਰਹਿੰਦੇ ਹਾਂ ਸੰਸਾਰ ਦੇ ਵਿਕਾਰਾਂ ਤੋਂ ਨਿਰਲੇਪ ਹੋ ਸਕਦੇ ਹਾਂ। ਪੂਜਾ ਅਰਚਾ ਆਹੇ ਨਾ ਤੋਰੀ। ਤੇਰੀ ਪੂਜਾ ਅਰਚਾ ਤਾਂ ਮੇਰੇ ਤੋਂ ਹੋ ਨਹੀਂ ਸਕਦੀ। ਅਰਚਾ ਦਾ ਮਤਲਬ ਹੈਗਾ ਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਦੇ ਅੱਗੇ ਮੱਥਾ ਟੇਕਣਾ ਤੇ ਸ਼ਿੰਗਾਰਨਾ ਉਸਨੂੰ। ਆਹਨੇ ਦਾ ਮਤਲਬ ਨਹੀਂ ਹੋ ਸਕੀ। ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ, ਨੈਵੇਦ ਆਦਿਕ ਦੀ
ਭੇਟਾ ਦੇ ਨਾਲ ਹੀ ਤੇਰੀ ਪੂਜਾ ਹੋ ਸਕਦੀ ਹੁੰਦੀ, ਤਾਂ ਫਿਰ ਇਹ ਸ਼ੈਆਂ ਤਾਂ ਸੁੱਚੀਆਂ ਨਾ ਮਿਲਣ ਕਰਕੇ ਮੈਥੋਂ ਤੇਰੀ ਪੂਜਾ ਭਗਤੀ ਹੋ ਹੀ ਨਹੀਂ ਸਕਦੀ। ਪੂਜਾ ਅਰਚਾ ਆਹੇ ਨਾ ਤੋਰੀ, ਕਾ ਫਿਰ ਤਾਂ ਮੇਰੇ ਤੋਂ ਤੇਰੀ ਪੂਜਾ ਅਰਚਾ ਹੋ ਹੀ ਨਹੀਂ ਸਕਦੀ, ਫਿਰ ਮੈਂ ਤੈਨੂੰ ਕਿਵੇਂ ਪਾਵਾਂਗਾ। ਕਹਿ ਰਵਿਦਾਸ ਕਮਨ ਗਤ ਮੋਰੀ, ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੇਰਾ ਫਿਰ ਕੀ ਹਾਲ ਹੋਏਗਾ, ਮੇਰੀ ਹਾਲਾਤ ਫਿਰ ਕੀ ਹੋ ਜਾਏਗੀ ਤੇਰੇ ਨਾਲ ਟੁੱਟਣ ਕਰਕੇ, ਕਿਉਂਕਿ ਇਹਨਾਂ ਸਾਧਨਾਂ ਨਾਲ ਤੇ ਪੂਜਾ ਹੁੰਦੀ ਨਹੀਂ, ਇਹਨਾਂ ਸਾਧਨਾਂ ਨਾਲ ਤੇ ਅੰਦਰ ਇਨਸਾਨੀਅਤ ਨਹੀਂ ਪੈਦਾ ਹੋਣੀ, ਤਾਂ ਫਿਰ ਮੇਰੀ ਹਾਲਾਤ ਕਿਹੜੀ ਹੋ ਜਾਏਗੀ, ਫਿਰ ਮੈਨੂੰ ਉੱਚੀ ਆਤਮਿਕ ਅਵਸਥਾ ਕਿਵੇਂ ਮਿਲੇਗੀ, ਨਹੀਂ ਮਿਲੇਗੀ। ਤਾਂ ਇਹਦਾ ਮਤਲਬ ਗੁਰੂ ਗਿਆਨ ਮੁਤਾਬਕ ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜਾ ਭਾਣੇ ਦੇ ਅੰਦਰ ਤੁਰਨਾ ਹੀ ਇੱਕੋ ਇੱਕ ਸਾਧਨ ਹੈ ਆਪਣੇ ਜੀਵਨ ਨੂੰ ਸਫਲ ਕਰਨ ਦਾ ਔਰ ਪ੍ਰਭੂ ਵਿੱਚ ਅਭੇਦਤਾ ਦਾ। ਗੂਜਰੀ ਸ੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ। ਅਗਲੇ ਜੋ ਸ਼ਬਦ ਨੇ ਭਗਤ ਤ੍ਰਿਲੋਚਨ ਜੀ ਦੇ ਨੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੋ ਰਿਹਾ ਹੈ। ਇਹ ਜਗਤ ਜਿਸ ਦਾ ਹੋਇਆ ਪ੍ਰਤੱਖ ਰੂਪ ਹੈ। ਸਤ ਤੋਂ ਭਾਵ ਜੋ ਸदैव ਹੈ, ਅਬਿਨਾਸ਼ੀ ਹੈ, ਤੇ ਗੁਰ ਪ੍ਰਸਾਦ ਤੋਂ ਮਤਲਬ ਗੁਰੂ ਦੀ ਰਹਿਮਤ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਹੀ ਉਸ ਦੀ ਜਾਣਕਾਰੀ ਸਾਨੂੰ ਮਿਲ ਸਕਦੀ ਹੈ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਇਹਨਾਂ ਅਰਥਾਂ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਨਾ। ਹੁਣ ਮਲ ਦਾ ਅਰਥ ਕਈਆਂ ਨੇ ਕੀਤਾ ਹੈ ਮਲ ਕੇ, ਕਿ ਅੰਦਰ ਨੂੰ ਮਲ ਕੇ ਸਾਫ਼ ਨਹੀਂ ਕੀਤਾ, ਪਰ ਇਸ ਦਾ ਆਪਣੇ ਅੰਦਰ ਮਨ ਨੂੰ ਮਲ ਕੇ ਪਵਿੱਤਰ ਨਹੀਂ ਕੀਤਾ। ਪਰ ਇੱਥੇ ਮਲ ਦਾ ਮਤਲਬ ਹੈ ਮੈਲਾ, ਮਲੀਨ ਮਨ, ਮੈਲ ਵਾਲਾ। ਤੇ ਅੰਤਰ ਦਾ ਮਤਲਬ ਹੈ ਅੰਦਰਲਾ, ਕਿਉਂਕਿ ਅੰਤਰ ਦੇ ਰਾਰੇ ਥੱਲੇ ਔਂਕੜ ਹੈ ਨਾ, ਅੰਦਰਲਾ। ਵੈਸੇ ਮਲ ਸ਼ਬਦ ਮਲਣ ਵਾਸਤੇ ਵੀ ਆਇਆ ਹੈ, ਲੇਕਿਨ ਇੱਥੇ ਮਲ ਦਾ ਮਤਲਬ ਹੈਗਾ ਮਲੀਨ ਮਨ, ਮੈਲ ਵਾਲਾ। ਅੰਤਰ ਦਾ ਮਤਲਬ ਅੰਦਰਲਾ, ਅੰਦਰਲਾ ਜਿਹੜਾ ਮਨ ਹੈ, ਸੋਚ ਹੈ। ਨਿਰਮਲ ਨਹੀਂ ਕੀਨਾ ਦਾ ਮਤਲਬ ਅੰਦਰ ਦੇ ਮਲੀਨ ਮਨ ਨੂੰ ਤੇ ਸਾਫ਼ ਨਹੀਂ ਕੀਤਾ। ਬਾਹਰ ਭੇਖ ਉਦਾਸੀ, ਭੇਖ ਦਾ ਮਤਲਬ ਲਿਬਾਸ, ਧਾਰਮਿਕ ਲਿਬਾਸ। ਉਦਾਸੀ ਦਾ ਮਤਲਬ ਉਦਾਸ, ਜਗਤ ਵੱਲੋਂ ਜੋ ਉਪਰਾਮ ਨੇ, ਜੋ ਸੰਸਾਰ ਨੂੰ ਛੱਡ ਗਏ ਨੇ, ਤਿਆਗੀ ਨੇ। ਤਾਂ ਸਾਨੂੰ ਸਮਝਾਇਆ ਜਾ ਰਿਹਾ ਹੈ, ਭਗਤ ਤ੍ਰਿਲੋਚਨ ਜੀ ਵਚਨ ਕਰ ਰਹੇ ਨੇ ਕਿ ਜੇ ਕਿਸੇ ਮਨੁੱਖ ਨੇ ਆਪਣਾ ਅੰਦਰਲਾ ਮਲੀਨ ਮਨ ਸਾਫ਼ ਨਹੀਂ ਕੀਤਾ, ਉਹਦੀ ਮੈਂਟੈਲਿਟੀ, ਉਹਦੀ ਸੋਚ ਪਵਿੱਤਰ ਨਹੀਂ ਹੈ, ਪਰ ਬਾਹਰ ਸਰੀਰ ਉੱਤੇ ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ, ਤਾਂ ਉਹਦਾ ਫਾਇਦਾ ਕੀ ਹੈ? ਬਾਹਰੋਂ ਸਾਧੂਆਂ ਵਾਲਾ ਬਾਣਾ ਪਾਇਆ ਹੈ, ਵਿਰਕਤਾਂ ਵਾਲਾ ਬਾਣਾ ਪਾ ਲਿਆ ਹੈ, ਪਹਿਨਾਵਾ ਪਹਿਨ ਲਿਆ ਹੈ, ਉਹ ਚਾਹੇ ਕਿਸੇ ਵੀ ਧਰਮ ਵਰਗ ਦਾ ਬੰਦਾ ਹੈ, ਲੇਕਿਨ ਅੰਦਰ ਮੈਲਾ ਹੈ, ਮਨ ਦੇ ਅੰਦਰ ਸੋਚ ਹੈ, ਕਪਟ ਹੈ, ਛਲ ਹੈ, ਵਿਕਾਰ ਨੇ, ਤਾਂ ਬਾਹਰ ਦੇ ਉਦਾਸੀ ਭੇਖ ਦਾ ਕੋਈ ਫਾਇਦਾ ਹੀ ਨਹੀਂ ਹੈ। ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ। ਘਟ ਦਾ ਮਤਲਬ ਹਿਰਦੇ ਵਿੱਚ, ਹਿਰਦੈ ਕਮਲ ਨਾ ਚੀਨਾ ਦਾ ਮਤਲਬ ਹਿਰਦੇ ਦਾ ਕੌਲ ਫੁੱਲ ਨਹੀਂ ਪਛਾਣਿਆ। ਘਟ ਦਾ ਮਤਲਬ ਹਿਰਦੇ ਵਿੱਚ। ਜਿਸਨੇ ਆਪਣੇ ਹਿਰਦੇ ਰੂਪ ਕੌਲ ਨੂੰ ਨਹੀਂ ਪਰਖਿਆ, ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਹਿਰਦੇ ਰੂਪੀ ਕਮਲ ਨੂੰ ਮਤਲਬ ਆਪਣੀ ਅੰਦਰਲੀ ਸੋਚ ਨੂੰ ਨਹੀਂ ਪਰਖਿਆ, ਔਰ ਆਪਣੇ ਹਿਰਦੇ ਦੇ ਅੰਦਰ ਪ੍ਰਭੂ ਦੀ ਪਹਿਚਾਨ ਨਹੀਂ ਕੀਤੀ। ਕਾਹੇ ਭਇਆ ਸੰਨਿਆਸੀ, ਤਾਂ ਸੰਨਿਆਸ ਧਾਰਨ ਕਰਨ ਦਾ ਲਾਭ ਕੀ ਹੈ? ਉਹਨੂੰ ਸੰਨਿਆਸੀ ਬਣਨ ਦਾ ਕੋਈ ਲਾਭ ਨਹੀਂ ਹੈ, ਜਿਸ ਨੇ ਆਪਣੀ ਪਹਿਚਾਨ ਨਹੀਂ ਕੀਤੀ। ਹੁਣ ਹਿਰਦੇ ਕਮਲ ਨੂੰ ਪਹਿਚਾਨਣ ਦਾ ਮਤਲਬ ਆਪਾਂ ਬਹੁਤ ਵਾਰੀ ਸਪਸ਼ਟ ਕਰ ਚੁੱਕੇ ਹਾਂ, ਸੈਲਫ ਐਨਾਲਿਸਿਸ ਕਰਨਾ, ਬੰਦੇ ਖੋਜ ਦਿਲ ਹਰ ਰੋਜ਼ ਕਿ ਮੇਰੇ ਅੰਦਰ ਕੀ ਕੀ ਕਮੀਆਂ ਨੇ, ਕੀ ਮੇਰੇ ਅੰਦਰ ਗੁਣ ਨੇ, ਕੀ ਮੇਰੇ ਅੰਦਰ ਪੋਸੀਬਿਲਿਟੀਜ਼ ਨੇ, ਮੈਂ ਆਪਣੇ ਅੰਦਰਲੇ ਦੋਸ਼ਾਂ ਨੂੰ ਕਿਵੇਂ ਕੱਢਣਾ ਹੈ, ਗੁਣਾਂ ਦੇ ਧਾਰਨੀ ਕਿਵੇਂ ਹੋਣਾ ਹੈ, ਮੈਂ ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਕਿੱਥੇ ਖੜਾ ਹਾਂ। ਇਹ ਚੀਜ਼ ਦੀ ਤੇ ਪਹਿਚਾਨ ਨਹੀਂ ਕੀਤੀ, ਤੇ ਨਾ ਹੀ ਆਪਣੇ ਅੰਦਰ ਰੱਬ ਨੂੰ ਪਛਾਣਿਆ।
कि मेरे अंदर रब है, मैं रब का रूप हाँ। हुण अंदर रब किवें है? गुणां दे रूप विच। जिवें मैं रोज बेनती कर रहा कि हर इंसान दे अंदर सच्चाई, दया, धर्म, धीरज गुण है ने, इन्हां दी पछाण भी नहीं कीती, इन्हां दे नाल सांझ नहीं पाई। काहे पिया सन्यासी? ते सन्यासी होने का लाभ की है? सन्यासी होना व्यर्थ हो जाएगा। भरमे भूली रे जय चंदा, इत्थे भगत त्रिलोचन जी की जो विचार है ना, किसे जयचंद नामक पंडित दे नाल हो रही है, विचार ओदे नाल हो रही है, लेकिन विचार सर्ब सांझी है, यूनिवर्सल है। भरमे का मतलब भरम विच कि हे जयचंद, सारी लुकाई भुलेखे विच पई हुई है। भरमे भूली रे जयचंदा कि हे जयचंद, सारी लुकाई जिहड़ी है ना, बहुतात गिनती भरम दे अंदर पई हुई है, भुलेखे विच है। ते वो भुलेखा किहड़ा है? जो पिछलियां दो पंक्तियां विच भी दस रहे ने, अगे भी दसणगे। निरा फकीरी भेख धारिया रब मिल जांदा है। निरे फकीरी पेश धारण करने ही धार्मिकता की निशानी है। एक बहुत वड्डा भरम है, एक बहुत वड्डा भुलेखा है। ते इस भुलेखे दे अंदर आम लुकाई पई हुई है। ते हैरानगी की गल यह है, साडे कोल इन्ना महान वड्डा ज्ञान का खजाना है, ते साडे भी जो बहुते लोग ने वो इस भरम और भुलेखे दे अंदर पै हुए ने। किन्ने सारे त्यागी बाबे साडे अपने धर्म दे विच मिलदे ने और असीं रोज वेख रहे हां। तां एक भरम है, एक भुलेखा है। सिख धर्म गृहस्थियां दा धर्म है। सिख धर्म सानू ये शिक्षा दिंदा है कि संसार दे अंदर रहिंदियां सच नूं आधार बना के मनुखी फर्जां नूं पूरियां करना है। संसार विच रहिंदियां निर्लेप होना है। संसार दे अंदर रहिंदियां सच्ची सुच्ची किरत करनी है, प्रभु दी सिफत सलाह करनी है। घर घर खाया पिंड बधाया, खिंथा मुंदा माया। घर घर दा मतलब हर शरीर, हर घर विच। घर घर खाया दा मतलब घरां चों मंग मंग के खाना। पिंड दा मतलब शरीर, बधाया दा मतलब वधा लिया, मोटा कर लिया, पेट वधा लिया, शरीर वधा लिया, शरीर नूं तगड़ा कर लिया। खिंथा दा मतलब गोदड़ी, जिहड़े साधु पांदे ने। मुंदा दा मतलब शरीर विच मुंदरा पाणियां। गुरु जी बचन कर रहे ने कि जिस मनुख ने घर घर तो मंग के टुक्कर खा लिया और अपने शरीर नूं चंगा पाल लिया, गोदड़ी पहन लई, यानी शरीर ते धार्मिक पहनावा पहन लिया, गोदड़ी पा लई, मुंदरा भी पा लईयां, पर यह सारा कुछ माया की खातर कीता, सारा माया की खातर। देख लो चार चुफेरे ध्यान मार के कि जिन्ने भी साडे आम त्यागी लोग ने, बहुते बहुगिणती जो है, उन्हां विच और तुहाडे विच की फर्क है? साडे विच उन्हां विच की फर्क है? सगों साडे नालों ज्यादा उन्हां दे कोल प्रॉपर्टी भी है, वड्डियां कारां बंगले भी ने। असीं ते गृहस्थी समझ लो कि गलत हां, सपोज कि असीं गलत हां, असीं ते लड़ पए लेकिन बाबे भी लड़ रहे हैं, उत्थे भी डांग खड़क रही है। तो गुरु जी कहते ने जिस मनुख ने घर घर तो मंग के टुक्कर खा लिया, अपने शरीर नूं चंगा पाल लिया, गोदड़ी पहन ली, मुंदरा पा लईयां, पर यह सब कुछ माया की खातर कीता। माया का मतलब सोच दे अंदर रब नहीं है, सोच दे अंदर शुभ गुण नहीं हैं। भूम मसान की भस्म लगाई, गुर बिन तत् ना पाया। भूम मसान का मतलब मसान की भूमि जिथे मुर्दे साड़ी दे ने। भस्म का मतलब सुआ, तत् का मतलब असलीयत। मसाणा की धरती की सुआ भी पिंडे ते मल लई, पर जे गुरु के राह ते नहीं तुरिया, गुरु तो विवेक बुद्ध नहीं लई, ਤਾਂ ਉਹਨੂੰ ਅਸਲੀਅਤ ਦੀ ਪ੍ਰਾਪਤੀ ਨਹੀਂ ਹੁੰਦੀ। ਜੀਵਨ ਦੀ ਅਸਲੀਅਤ ਤੋਂ, ਤੱਤ ਤੋਂ, ਸੱਚ ਤੋਂ ਉਹ ਲੋਕ ਵਾਂਝੇ ਰਹਿ ਜਾਂਦੇ ਨੇ। ਬੇਸ਼ੱਕ ਸਰੀਰ ਦੇ ਉੱਤੇ ਮਸਾਣਾ ਦੀ ਭੂਮੀ, ਮਸਾਣਾ ਦੀ ਜਿਹੜੀ ਹੈ ਸੁਆਹ ਵੀ ਮੰਨ ਲਈ ਜਾਏ। ਜਦੋਂ ਆਪ YouTube ਤੇ ਦੇਖੋਗੇ ਨਾ ਅਘੋਰੀਜ਼ ਈਟਿੰਗ ਹਿਊਮਨ ਬੋਡੀ ਜਾਂ ਅਘੋਰੀ ਸ਼ਬਦ ਪਾਓਗੇ ਤੇ ਤੁਹਾਨੂੰ ਬਹੁਤ ਸਾਰੇ ਐਸੇ ਸਾਧੂ ਬਾਬੇ ਮਿਲ ਜਾਣਗੇ ਜੋ ਮਸਾਣਾ ਦੀ ਸਵਾਹ ਆਪਣੇ ਪਿੰਡੇ ਦੇ ਉੱਤੇ ਮਿਲਦੇ ਨੇ, ਉਹਨਾਂ ਦੇ ਇੰਟਰਵਿਊ ਵੀ ਮਿਲ ਜਾਂਦੇ ਨੇ।
ਪਰ ਗੁਰੂ ਜੀ ਕਹਿੰਦੇ ਨੇ ਜੇ ਗੁਰੂ ਗਿਆਨ ਮੁਤਾਬਕ ਜੀਵਨ ਨੂੰ ਨਹੀਂ ਪਰਖਿਆ, ਤੱਤ ਦਾ ਪਤਾ ਨਹੀਂ ਲੱਗੇਗਾ, ਅਸਲੀਅਤ ਤੋਂ ਵਾਂਝੇ ਰਹਿ ਜਾਓ। ਕਾਏ ਜਪਹੁਰੇ ਕਾਏ ਤਪਹੁਰੇ ਕਾਏ ਬਿਲੋਵਹੁ ਪਾਣੀ। ਕਾਏ ਜਪੋ ਦਾ ਮਤਲਬ ਕਿਉਂ ਜਪ ਕਰਦੇ ਹੋ, ਕਿਉਂ ਜਪ ਰਹੇ ਹੋ, ਕਿਉਂ ਜਪ ਕਰ ਰਹੇ ਹੋ। ਕਾਏ ਤਪੋ ਦਾ ਮਤਲਬ ਕਾਦੇ ਵਾਸਤੇ ਤਪ ਕਰਦੇ ਹੋ ਪਏ। ਕਾਏ ਬਿਲੋਵਹੁ ਪਾਣੀ, ਕਿਉਂ ਪਾਣੀ ਵਿੱਚ ਰਿੜਕਣਾ ਪਾਈ ਬੈਠੇ ਹੋ। ਤੁਸੀਂ ਗਿਣੇ ਮਿੱਥੇ ਜਪ ਕਰਦੇ ਹੋ, ਜਪ ਕਰ ਰਹੇ ਹੋ, ਕਿਸੇ ਇੱਕ ਸ਼ਬਦ ਨੂੰ ਲੈ ਕੇ ਰਟੀ ਜਾ ਰਹੇ ਹੋ ਬਾਰ-ਬਾਰ, ਕਿਉਂ ਜਪਦੇ ਹੋ। ਕਾਏ ਤਪੋਰੇ, ਕਾਦੇ ਵਾਸਤੇ ਤੁਸੀਂ ਤਪੱਸਿਆ ਕਰ ਰਹੇ ਹੋ, ਕਾਦੇ ਲਈ ਪਾਣੀ ਰਿੜਕ ਰਹੇ ਹੋ। ਇਹ ਪਾਣੀ ਰਿੜਕਣ ਦੇ ਬਰਾਬਰ ਹੈ। ਇੱਕ ਸ਼ਬਦ ਨੂੰ ਬਾਰ-ਬਾਰ ਜਪੀ ਜਾਣਾ ਔਰ ਵਿਖਾਵੇ ਦੀਆਂ ਸਮਾਧੀਆਂ ਲਾਈ ਜਾਣੀਆਂ। ਗੁਰੂ ਜੀ ਕਹਿੰਦੇ ਨੇ ਕਿਉਂ ਪਾਣੀ ਰਿੜਕ ਰਹੇ ਹੋ, ਯਾਨੀ ਹੱਥ ਦੇ ਨਾਲ ਕੀਤੇ ਹੋਏ ਇਹ ਸਾਧਨ ਪਾਣੀ ਰਿੜਕਣ ਦੇ ਬਰਾਬਰ ਨੇ। ਜੇ ਦਹੀਂ ਰਿੜਕੋਗੇ ਲੱਸੀ ਮਿਲੇਗੀ, ਮੱਖਣ ਮਿਲੇਗਾ। ਪਾਣੀ ਵਿੱਚ ਮਧਾਣੀ ਪਾਈ ਰੱਖੋ, ਸਾਰੀ ਜ਼ਿੰਦਗੀ ਪਾਈ ਰੱਖੋ, ਤਾਂ ਕਿਉਂ ਪਾਣੀ ਰਿੜਕ ਰਹੇ ਹੋ, ਵਿਅਰਥ ਕਰਮ ਕਿਉਂ ਕਰ ਰਹੇ ਹੋ। ਲੱਖ 84 ਜਿਨ ਉਪਾਈ ਸੋ ਸਿਮਰਹੁ ਨਿਰਵਾਣੀ। ਲੱਖ 84 ਦਾ ਮਤਲਬ 84 ਲੱਖ ਜੂਨ, ਸਾਰੀ ਸ੍ਰਿਸ਼ਟੀ, ਸਾਰੇ ਜੀਵ ਜੰਤ। ਤਾਂ ਜਿਸ ਪ੍ਰਭੂ ਨੇ ਸਾਰੀ ਖਲਕਤ ਪੈਦਾ ਕੀਤੀ ਹੈ, ਜੀਵ ਜੰਤ ਪੈਦਾ ਕੀਤੇ ਨੇ, ਵਾਸ਼ਨਾ ਤੋਂ ਰਹਿਤ ਉਸ ਪ੍ਰਭੂ ਨੂੰ ਯਾਦ ਕਰੋ। ਸਿਮਰੋ ਦਾ ਮਤਲਬ ਸਿਫਤ ਸਲਾਹ ਕਰੋ, ਉਹਦੀ ਰਜ਼ਾ ਵਿੱਚ ਤੁਰੋ, ਉਹਦੇ ਗੁਣਾਂ ਦੇ ਧਾਰਨੀ ਹੋਵੋ। ਬਾਕੀ ਆ ਤੁਹਾਡੇ ਕਰਮ ਵਿਖਾਵੇ ਦੇ ਨੇ, ਇਹ ਪਾਣੀ ਰਿੜਕਣ ਦੇ ਬਰਾਬਰ ਹੈ, ਇਹਦੇ ਚੋਂ ਕੁਛ ਨਹੀਂ ਮਿਲਣਾ। ਉਸ ਨਿਰਵਾਣ ਵਾਸ਼ਨਾ ਤੋਂ ਰਹਿਤ ਪ੍ਰਭੂ ਨੂੰ ਸਿਮਰੋ ਦਾ ਮਤਲਬ ਯਾਦ ਰੱਖੋ, ਉਹਦੇ ਗੁਣਾਂ ਦੇ ਧਾਰਨੀ ਹੋਵੋ, ਉਹਦੇ ਗੁਣਾਂ ਨੂੰ ਇੰਪਲੀਮੈਂਟ ਕਰੋ, ਉਹਦੀ ਰਜ਼ਾ ਦੇ ਵਿੱਚ ਤੁਰੋ। ਕਾਏ ਕਮੰਡਲ ਕਾਪੜ ਯਾਰੇ 68 ਕਾਏ ਫਿਰਾਹੀ। ਕਮੰਡਲ ਦਾ ਮਤਲਬ ਮਿੱਟੀ ਜਾਂ ਲੱਕੜ ਦਾ ਇੱਕ ਪਿਆਲਾ ਹੁੰਦਾ ਹੈ, ਡੋਲੂ ਵਰਗਾ, ਜੋ ਸਾਧੂ ਲੋਕ ਪਾਣੀ ਪੀਣ ਲਈ ਕੋਲ ਰੱਖਦੇ ਨੇ, ਖੱਪਰ ਵੀ ਜਿਹਨੂੰ ਕਹਿ ਦਿੰਦੇ ਨੇ। ਸਾਡੇ ਬਾਬਿਆਂ ਨੇ ਗੜਵੇ ਰੱਖੇ ਹੁੰਦੇ ਨੇ। ਕਾਪੜੀਆ ਦਾ ਮਤਲਬ ਟਾਕੀਆਂ ਦੀ ਬਣੀ ਹੋਈ ਗੋਦੜੀ, ਪਹਿਨਣ ਵਾਲਾ ਜਿਹੜਾ ਹੈ। 68 ਦਾ ਮਤਲਬ 68 ਤੀਰਥ। ਕਿ ਹੇ ਕਾਪੜੀਏ, ਹੱਥ ਵਿੱਚ ਖੱਪਰ ਕਾਦੇ ਲਈ ਪਕੜਦਾ ਹੈ ਤੇ 68 ਤੀਰਥਾਂ ਤੇ ਭਟਕਣ ਦਾ ਕੀ ਫਾਇਦਾ ਹੈ। 68 ਕਾਹੇ ਫਿਰਾਈ, ਕਿਉਂ 68 ਤੀਰਥਾਂ ਤੇ ਫਿਰ ਰਹੇ ਹੈ। ਹੁਣ ਕਮੰਡਲ ਫੜਨ ਦੇ ਨਾਲ ਤਾਂ ਰੱਬ ਦੀ ਪ੍ਰਾਪਤੀ ਦਾ ਕੋਈ ਸਾਧਨ ਨਹੀਂ। ਪਾਣੀ ਵਗੈਰਾ ਪੀਣ ਦਾ ਇੱਕ ਵੱਖਰਾ ਗੱਲ ਹੈ, ਲੇਕਿਨ ਇਹਦਾ ਧਰਮ ਦੇ ਨਾਲ ਤੇ ਕੋਈ ਸੰਬੰਧ ਨਹੀਂ ਨਾ ਰੱਬ ਦੀ ਪ੍ਰਾਪਤੀ ਵਾਸਤੇ। 68 ਕਾਏ ਫਿਰਾਹੀ, ਤੀਰਥਾਂ ਤੇ ਕਿਉਂ ਫਿਰ ਰਿਹਾ ਹੈ, ਕੋਈ ਫਾਇਦਾ ਨਹੀਂ ਹੈ। ਜੇ ਤੀਰਥਾਂ ਤੇ ਨਹਾਉਣ ਦਾ ਲਾਭ ਹੁੰਦਾ ਤਾਂ ਫਿਰ ਤਾਂ ਸਾਰੀ ਘੱਟ ਤੋਂ ਘੱਟ ਜੋ ਅਸੀਂ ਇੰਡੀਅਨ ਬੰਦੇ ਆ, ਇਹ ਤਾਂ ਸਾਰੇ ਅਸੀਂ ਪਾਵਨ ਪਵਿੱਤਰ ਸੋਚ ਵਾਲੇ ਹੋਣੇ ਚਾਹੀਦੇ ਸਾਂ। ਫਿਰ ਤਾਂ ਸਾਡੇ ਦੇਸ਼ ਦੇ ਅੰਦਰ ਜਿੰਨੀ ਵੀ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਨਹੀਂ ਸੀ ਹੋਣੇ ਚਾਹੀਦੇ, ਕਿਉਂਕਿ ਇੱਥੇ ਬਹੁਤਾਤ ਗਿਣਤੀ ਜਿਹੜੀ ਹੈ ਤੀਰਥਾਂ ਆਦਿਕ ਤੇ ਅਸੀਂ ਇਸ਼ਨਾਨ ਕਰਦੇ ਹਾਂ। ਤਾਂ 68 ਤੀਰਥਾਂ ਤੇ ਕਿਉਂ ਫਿਰਦਾ ਹੈ। ਬਦਤ ਤ੍ਰਿਲੋਚਨ ਸੁਨ ਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਹੀ। ਗਾਹ ਦਾ ਮਤਲਬ ਗਾਣਾ, ਫਲਾ ਜਿਹਨੂੰ ਕਹਿੰਦੇ ਸੀ। ਬਦਤ ਦਾ ਮਤਲਬ ਆਖ ਦਾ ਹੈ। ਕਣ ਦਾ ਮਤਲਬ ਦਾਣੇ। ਭਗਤ ਤ੍ਰਿਲੋਚਨ ਜੀ ਕਹਿੰਦੇ ਨੇ ਕਿ ਹੇ ਬੰਦੇ ਸੁਣ, ਭਰੀਆਂ ਵਿੱਚ ਆਨੰਦ ਦੇ ਦਾਣੇ ਨਹੀਂ ਤਾਂ ਗਾਹ ਪਾਣ ਦਾ ਕੀ ਫਾਇਦਾ ਹੈ। ਜਿਹੜੀ ਅਸੀਂ ਕਣਕ ਵੱਢੀ ਹੈ, ਕੋਈ ਫਸਲ ਵੱਢੀ ਹੈ, ਉਹਦੇ ਸਿੱਟਿਆਂ ਦੇ ਅੰਦਰ ਦਾਣੇ ਹੀ ਹੈ ਨਹੀਂ, ਤੇ ਬੰਦਾ ਗਾਹ ਪਾ ਲਵੇ ਔਰ ਉਹਨਾਂ ਕਣਕ ਆਦਿਕ ਨੂੰ ਗਾਈ ਜਾਏ ਤੇ ਫਿਰ ਉਡਾਏ ਤੂੜੀ ਵੱਖਰੀ ਕਰੇ ਤੇ ਵੱਖਰੀ ਕੀ ਕਰੇਗਾ, ਦਾਣੇ ਤੇ ਹੈ ਹੀ ਨਹੀਂ। ਦਾਣਿਆਂ ਤੋਂ ਬਿਨਾਂ ਗਾਹ ਪਾਣ ਦਾ ਫਾਇਦਾ ਕੀ। ਗਾਹ ਤੇ ਤਾਂ ਹੀ ਹੈ ਨਾ ਜੇ ਵਿੱਚ ਦਾਣੇ ਹੋਣ। ਇਸੇ ਤਰ੍ਹਾਂ ਬਾਹਰੀ ਧਾਰਮਿਕ ਲਿਬਾਸ, ਤੀਰਥਾਂ ਤੇ ਫਿਰਨਾ, ਭਲੇ ਪੁਰਸ਼ਾ ਅੰਦਰ ਤੇ ਤੇਰੇ ਹੈ ਨਹੀਂ। ਇਹ ਤੇਰੇ ਕਰਮ ਤੇ ਇੰਜ ਨੇ ਜਿਵੇਂ ਗਾਹ ਜਿਹੜਾ ਹੈ ਦਾਣਿਆਂ ਤੋਂ ਬਿਨਾਂ ਹੀ ਪਾਈ ਜਾਏ, ਨਿਸ਼ਫਲ ਹੈ ਇਹ ਕਰਮ ਤੇਰੇ। ਇਸ ਲਈ ਇਹਨਾਂ ਕਰਮ ਕਾਂਡਾਂ ਨੂੰ ਤਿਆਗ ਕੇ ਰੱਬੀ ਗੁਣਾਂ ਦਾ ਧਾਰਨੀ ਹੋ ਔਰ ਰੱਬੀ ਰਜ਼ਾ ਦੇ ਅੰਦਰ ਤੁਰਨ ਦਾ ਯਤਨ ਕਰ। ਆਪਣੇ ਅੰਦਰ ਇਨਸਾਨੀਅਤ ਪੈਦਾ ਕਰ, ਆਪਣੇ ਅੰਦਰ ਸ਼ੁਭ ਗੁਣ ਪੈਦਾ ਕਰ, ਤਾਂ ਹੀ ਤੇਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੂਨ ਵਲਵਲ ਔਤਰੈ।
इस पावन शब्द दियां रहाओ दियां पंक्तियां विच भगत त्रिलोचन जी कह रहे ने, अरी बाई गोबिंद नाम मत बीसरै रहाओ। बाई दा मतलब भैन, मत दा मतलब ना, कि हे भैन कदे प्रभु दा नाम ना भुੱਲ। प्रभु दा नाम दा मतलब सिफत सलाह, नाम दा मतलब गुण, नाम दा मतलब रब्बी रजा। इस चीज ਨੂੰ ਕਦੇ ਵੀ ਨਾ ਭੁੱਲੋ ਕਿ ਮੈਂ ਰੱਬੀ ਰਜ਼ਾ ਦੇ ਤੋਂ ਬਾਹਰ ਕਿਤੇ ਜਾਣਾ ਹੈ। ਰੱਬੀ ਰਜ਼ਾ ਨੂੰ ਧਿਆਨ ਵਿੱਚ ਰੱਖੋ ਕਿ ਇਹ ਸਾਰੀ ਦੁਨੀਆ ਕਿਸੇ ਬਜਵੇਂ ਨੇਮਾਂ ਵਿੱਚ ਕੰਮ ਕਰ ਰਹੀ ਹੈ। ਉਹਨਾਂ ਨੇਮਾਂ ਨੂੰ, ਅਸੂਲਾਂ ਨੂੰ ਨਾ ਤੋੜੋ। ਰੱਬੀ ਗੁਣਾਂ ਦੇ ਧਾਰਨੀ ਹੋਵੋ, ਕਦੇ ਵੀ ਨਾ ਭੁੱਲੋ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਨਿਮਰਤਾ, ਨਿਰਵੈਰਤਾ, ਪਿਆਰ, ਇਹਨਾਂ ਗੁਣਾਂ ਨੂੰ ਕਦੇ ਵੀ ਨਾ ਭੁੱਲੋ। ਇਹਨੂੰ ਕਹਿੰਦੇ ਨੇ ਨਾਮ। ਨਾਮ ਦਾ ਮਤਲਬ ਸਿਫਤ ਸਲਾਹ। ਹੀ ਭੈਣੇ ਪ੍ਰਭੂ ਦੀ ਸਿਫਤ ਸਲਾਹ ਨੂੰ ਕਦੇ ਵੀ ਨਾ ਭੁੱਲੋ। ਕਾਰਨ ਕੀ ਹੈ? ਜਿਹੜਾ ਪ੍ਰਭੂ ਦੀ ਸਿਫਤ ਸਲਾਹ ਭੁੱਲ ਜਾਏ, ਹੁਣ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਸ਼ਬਦ ਦੇ ਭਾਵ ਅਰਥਾਂ ਨੂੰ ਸਮਝਣ ਦਾ ਯਤਨ ਕਰਨਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅੰਤ ਕਾਲ ਦਾ ਮਤਲਬ ਹੁੰਦਾ ਹੈ ਮੌਤ ਦਾ ਆ ਜਾਣਾ। ਤੇ ਮੌਤ ਦਾ ਆ ਜਾਣਾ ਕੀ ਹੈ? ਅਸਲ ਮੌਤ ਹੈ ਪ੍ਰਭੂ ਦਾ ਭੁੱਲ ਜਾਣਾ, ਰੱਬੀ ਗੁਣਾਂ ਦਾ ਭੁੱਲ ਜਾਣਾ ਹੀ ਅਸਲ ਮੌਤ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਜੋ ਰੱਬੀ ਰਜ਼ਾ ਵਿੱਚ ਜੀ ਰਹੇ ਨੇ, ਰੱਬੀ ਗੁਣਾਂ ਅਨੁਸਾਰ ਜੀ ਰਹੇ ਨੇ, ਅਸਲੀ ਆਤਮਿਕ ਜ਼ਿੰਦਗੀ ਉਹ ਜੀ ਰਹੇ ਨੇ। ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ, ਰੱਬੀ ਗੁਣ ਨਹੀਂ, ਸੱਚਾਈ ਨਹੀਂ, ਦਇਆ ਪ੍ਰੇਮ ਨਹੀਂ, ਉਹ ਅੰਦਰੋਂ ਮਰੇ ਹੋਏ ਨੇ। ਜਿਹਨੂੰ ਗੁਰਬਾਣੀ ਵਿੱਚ ਕਿਹਾ ਹੈ ਨਰੂ ਮਰੇ। ਜਦੋਂ ਇਨਸਾਨੀਅਤ ਮਰ ਜਾਏ, ਜ਼ਮੀਰ ਮਰ ਜਾਏ, ਜਿਹਨੂੰ ਕਹਿ ਦਿੰਦੇ ਆ। ਗੁਰੂ ਜੀ ਦਾ ਪਾਵਨ ਬਚਨ ਵੀ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਯਾਨੀ ਜਿਉਂਦਾ ਉਹ ਹੀ ਹੈ ਜਿਸ ਤੇ ਮਨ ਬਚਨ ਕਰਮ ਵਿੱਚ ਸੱਚ ਹੈ। ਤਾਂ ਇੱਥੇ ਅੰਤ ਕਾਲ ਦਾ ਮਤਲਬ ਜੋ ਆਤਮਿਕ ਮੌਤੇ ਮਰਿਆ ਹੋਇਆ ਹੈ। ਆਤਮਿਕ ਮੌਤੇ ਜੋ ਮਰਿਆ ਹੈ, ਜੋ ਲక్ష్ਮੀ ਸਿਮਰੈ। ਤੇ ਐਸਾ ਬੰਦਾ ਪੈਸੇ ਨੂੰ, ਧਨ ਦੌਲਤ ਨੂੰ ਯਾਦ ਰੱਖੇ, ਯਾਨੀ ਜ਼ਮੀਰ ਮਰੀ ਹੋਵੇ, ਇਨਸਾਨੀਅਤ ਮਰੀ ਹੋਵੇ, ਤੇ ਚੇਤੇ ਦੇ ਅੰਦਰ ਧਨ ਦੌਲਤ ਹੋਵੇ, ਜ਼ਿੰਦਗੀ ਦਾ ਗੋਲ ਧਨ ਦੌਲਤ ਹੋਵੇ। ਐਸੀ ਚਿੰਤਾ ਮਹਿ ਜੇ ਮਰੇ। ਮਰੇ ਦਾ ਮਤਲਬ ਹਮੇਸ਼ਾ ਲੱਗਾ ਰਹੇ, ਯਤਨਸ਼ੀਲ ਰਹੇ। ਜਿਸਵੇਂ ਕਹਿੰਦਾ ਫਲਾਂ ਬੰਦਾ ਤੇ ਮਰਦਾ ਖੱਪਦਾ ਹੀ ਰਹਿੰਦਾ, ਉਹ ਤੇ ਸਾਰਾ ਦਿਨ ਕੰਮਾਂ ਦੇ ਵਿੱਚ ਹੀ ਮਰਿਆ ਰਹਿੰਦਾ, ਉਹਨੂੰ ਤੇ ਹੋਰ ਕੋਈ ਕੰਮ ਹੀ ਨਹੀਂ, ਉਹ ਤੇ ਮਾਰ ਹੀ ਚੱਲਿਆ। ਤਾਂ ਮਰੇ ਦਾ ਮਤਲਬ ਯਤਨ ਦੇ ਅੰਦਰ ਲੱਗਾ ਰਹੇ। ਐਸੀ ਚਿੰਤਾ ਦਾ ਮਤਲਬ ਇਹੋ ਜੀ ਚਿੰਤਾ ਕਿ ਪੈਸਾ ਕਿਵੇਂ ਇਕੱਠਾ ਕਰਾਂ, ਇਧਰੋਂ ਵੀ ਆ ਜਾਏ, ਇਧਰੋਂ ਵੀ ਆ ਜਾਏ। ਤੇ ਚਿੰਤਾ ਮੈਂ ਜੇ ਮਰੇ ਦਾ ਮਤਲਬ ਇਸ ਉਦਮ ਦੇ ਅੰਦਰ ਹਮੇਸ਼ਾ ਲੱਗਾ ਹੈ। ਯਾਨੀ ਜਿਸ ਦੇ ਅੰਦਰੋਂ ਇਨਸਾਨੀਅਤ ਮਰ ਗਈ ਹੋਵੇ, ਰੱਬੀ ਗੁਣਾਂ ਨਾਲੋਂ ਟੁੱਟਾ ਹੋਵੇ, ਆਤਮਿਕ ਮੌਤੇ ਮਰਿਆ ਹੋਵੇ, ਔਰ ਜਿਸ ਦੀ ਯਾਦ ਦੇ ਅੰਦਰ ਹਮੇਸ਼ਾ ਧਨ ਦੌਲਤ ਹੋਵੇ, ਧਨ ਦੌਲਤ ਵਿੱਚ ਹੀ ਉਹਦਾ ਚਿੱਤ ਜੁੜਿਆ ਹੋਵੇ, ਐਸੇ ਉਦਮ ਦੇ ਅੰਦਰ ਜੋ ਹਮੇਸ਼ਾ ਲੱਗਾ ਰਹੇ, ਐਸੀ ਚਿੰਤਾ ਮਹਿ ਜੇ ਮਰੇ, ਜੇ ਐਸੇ ਯਤਨ ਵਿੱਚ ਹੀ ਲੱਗਾ ਰਹੇ। ਸਰਪ ਜੂਨ ਵਲਵਲ ਔਤਰੈ। ਸਰਪ ਜੂਨ ਦਾ ਮਤਲਬ ਸੱਪ ਦੀ ਜੂਨ। ਸੱਪ ਦੀ ਜੂਨ ਦਾ ਮਤਲਬ ਇੱਥੇ ਹੈ ਸੱਪ ਦੀ ਬਿਰਤੀ। ਵਲਵਲ ਦਾ ਮਤਲਬ ਮੁੜ ਮੁੜ ਕੇ, ਔਤਰੇ ਦਾ ਮਤਲਬ ਜਨਮ ਦਾ ਹੈ ਜਾਂ ਉਹਦੇ ਵਿੱਚ ਪੈਦਾ ਹੁੰਦੀ ਹੈ। ਤਾਂ ਉਹਦੇ ਅੰਦਰ ਮੁੜ ਮੁੜ ਕੇ ਸੱਪ ਵਾਲੀ ਬਿਰਤੀ ਪੈਦਾ ਹੁੰਦੀ ਹੈ। ਉਹ ਮੁੜ ਮੁੜ ਕੇ ਸੱਪ ਵਾਲੀ ਬਿਰਤੀ ਵਿੱਚ ਪੈਂਦਾ ਹੈ। ਉਹ ਸੱਪ ਦੀ ਜੂਨ ਭੁਗਤ ਰਿਹਾ ਹੈ ਜਿਉਂਦਾ ਹੀ। ਸਰਪ ਜੂਨ ਵਲਵਲ ਔਤਰੈ, ਉਹਦੇ ਅੰਦਰ ਸੱਪ ਦੀ ਬਿਰਤੀ ਬਾਰ-ਬਾਰ ਪੈਦਾ ਹੁੰਦੀ ਹੈ। ਆਮ ਕਰਕੇ ਮੰਨਿਆ ਜਾਂਦਾ ਨਾ ਕਿ ਸੱਪ ਮਾਇਆ ਨੂੰ ਕੁੰਡਲੀ ਮਾਰੀ ਰੱਖਦਾ, ਇਹ ਕਹਾਵਤ ਹੈ। ਤੇ ਸੱਪ ਦਾ ਕੰਮ ਕੀ ਹੈ? ਸੱਪ ਸੱਪਣੀ ਜਿਹੜੀ ਹੈ ਆਪਣੇ ਬੱਚਿਆਂ ਨੂੰ ਹੀ ਖਾ ਜਾਂਦੀ ਹੈ। ਸਰਪਨ ਹੋਏ ਕੇ ਔਤਰੇ ਜਾਏ ਆਪਣੇ ਖਾਏ। ਸੱਪ ਸੱਪਣੀ ਜਿਹੜੀ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ। ਤੇ ਜਿਸ ਬੰਦੇ ਦੀ ਜ਼ਮੀਰ ਮਰੀ ਹੋਵੇ ਔਰ ਜਿਸਨੇ ਆਪਣੀ ਜ਼ਿੰਦਗੀ ਦਾ ਗੋਲ ਸਿਰਫ ਪੈਸਾ ਬਣਾ ਲਿਆ ਹੋਵੇ, ਤਾਂ ਉਹ ਸੱਪ ਦੀ ਤਰ੍ਹਾਂ ਆਪਣਿਆਂ ਨੂੰ ਵੀ ਖਾ ਜਾਂਦਾ। ਉਹਦੇ ਅੰਦਰ ਸੱਪ ਵਾਲੀ ਬਿਰਤੀ ਹੈ, ਫੂੰ ਫੂੰ ਕਰਦਾ ਇੱਧਰ ਵੀ ਉੱਧਰ ਵੀ। ਤੇ ਸੱਪ ਦੀ ਬਿਰਤੀ ਕੀ ਹੈ ਕਿ ਸੱਪ ਆਪਣਾ ਘਰ ਆਪ ਨਹੀਂ ਬਣਾਉਂਦਾ, ਉਹ ਦੂਜਿਆਂ ਦੇ ਘਰਾਂ ਤੇ ਕਬਜ਼ਾ ਕਰਦਾ। ਚੂਹਾ ਖੁੱਡ ਕੱਢਦਾ, ਸੱਪ ਚੂਹੇ ਨੂੰ ਵੀ ਖਾ ਜਾਂਦਾ ਤੇ ਖੁੱਡ ਦੇ ਵਿੱਚ ਵੀ ਵੜ ਕੇ ਬਹਿ ਜਾਂਦਾ। ਤਾਂ ਉਹਦੇ ਅੰਦਰ ਇਹ ਬਿਰਤੀ ਫਿਰ ਬਾਰ-ਬਾਰ ਪੈਦਾ ਹੁੰਦੀ ਹੈ। ਇਸ ਲਈ ਇਹਨਾਂ ਬਿਰਤੀਆਂ ਤੋਂ ਬਚਣ ਲਈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ ਰਹਾਓ, ਕਿ ਇਹ ਮੇਰੀਏ ਭੈਣੇ ਕਦੇ ਵੀ ਪ੍ਰਭੂ ਦਾ ਨਾਮ ਨਾ ਭੁੱਲੇ। ਐਸੀ ਅਰਦਾਸ ਕਰ
ਰੱਬੀ ਗੁਣ ਕਦੇ ਵੀ ਨਾ ਭੁੱਲਣ, ਰੱਬੀ ਸਿਫਤ ਸਲਾਹ ਕਦੇ ਵੀ ਨਾ ਭੁੱਲੇ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅੰਤ ਕਾਲ ਦਾ ਮਤਲਬ ਜਿਹਦੀ ਆਤਮਿਕ ਮੌਤ ਹੋ ਚੁੱਕੀ ਹੈ, ਜਿਹਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ। ਇਸਤਰੀ ਸਿਮਰੇ ਦਾ ਮਤਲਬ ਉਹਦੇ ਦਿਮਾਗ ਦੇ ਅੰਦਰ ਹਮੇਸ਼ਾ ਇਸਤਰੀ ਹੋਵੇ, ਔਰ ਐਸੀ ਚਿੰਤਾ ਮਹਿ ਜੇ ਮਰੇ, ਕਿ ਇਹੋ ਜੀ ਚਿੰਤਾ ਦੇ ਅੰਦਰ, ਐਸੀ ਲਗਨ ਦੇ ਅੰਦਰ ਉਹ ਹਮੇਸ਼ਾ ਹਮੇਸ਼ਾ ਲੱਗਾ ਰਹੇ, ਉਹ ਹਮੇਸ਼ਾ ਐਸੀ ਚਿੰਤਾ ਵਿੱਚ ਹੀ ਲੱਗਾ ਰਹੇ, ਐਸੇ ਯਤਨ ਦੇ ਵਿੱਚ ਹੀ ਲੱਗਾ ਰਹੇ। ਤਾਂ ਫਿਰ ਉਹਨੂੰ ਕੀ ਹੋਏਗਾ? ਇੱਥੇ ਇਸਤਰੀ ਦਾ ਮਤਲਬ ਪਰਾਈਆਂ ਇਸਤਰੀਆਂ ਨੂੰ ਤੱਕਣਾ, ਦਿਮਾਗ ਦੇ ਵਿੱਚ ਕਾਮ ਵਾਸਨਾ ਹੋਵੇ, ਆਤਮਕ ਮੌਤੇ ਮਰ ਚੁੱਕਾ ਹੋਵੇ, ਔਰ ਯਾਦ ਦੇ ਅੰਦਰ, ਦਿਮਾਗ ਦੇ ਅੰਦਰ, ਚਿੱਤ ਦੇ ਅੰਦਰ ਸਿਰਫ ਔਰਤ ਹੋਵੇ, ਕਾਮ ਵਾਸਨਾ ਦੇ ਅਧੀਨ। ਐਸੀ ਚਿੰਤਾ ਮਹਿ ਜੇ ਮਰੇ, ਜੇ ਐਸੀ ਚਿੰਤਾ ਵਿੱਚ, ਐਸੇ ਯਤਨ ਦੇ ਅੰਦਰ ਹਮੇਸ਼ਾ ਬੰਦਾ ਯਤਨਸ਼ੀਲ ਰਹੇ, ਤਾਂ ਜਿਸ ਦੀ ਆਤਮਿਕ ਮੌਤ ਹੋ ਚੁੱਕੀ ਹੈ, ਔਰ ਜੋ ਹਮੇਸ਼ਾ ਕਾਮ ਵਾਸਨਾ ਦੇ ਅਧੀਨ ਇਸਤਰੀ ਨੂੰ ਹੀ ਆਪਣੇ ਅੰਦਰ ਦਿਮਾਗ ਵਿੱਚ ਬਿਠਾਈ ਬੈਠਾ ਹੈ, ਐਸੇ ਉਦਮ, ਐਸੀ ਚਿੰਤਾ ਦੇ ਵਿੱਚ ਹੀ ਜੋ ਯਤਨਸ਼ੀਲ ਹੈ, ਬੇਸਵਾ ਜੋਨ ਵਲ ਵਲ ਔਤਰੈ। ਬੇਸਵਾ ਦਾ ਮਤਲਬ ਵੈਸ਼ਿਆ, ਜੋਨ ਦਾ ਮਤਲਬ ਬਿਰਤੀ। ਦੇਖੋ ਇੱਥੇ ਇੱਕ ਚੀਜ਼ ਸਮਝਣ ਵਾਲੀ ਹੈ, ਜੋ ਵੈਸ਼ਿਆ ਹੈ ਉਹ ਔਰਤ ਹੀ ਹੁੰਦੀ ਹੈ। ਵੈਸ਼ਿਆ ਦੀ ਜੂਨ ਵੱਖਰੀ ਨਹੀਂ ਹੁੰਦੀ ਔਰਤ ਦੇ ਨਾਲੋਂ, ਔਰਤ ਨੂੰ ਹੀ ਵੈਸ਼ਿਆ ਕਿਹਾ ਜਾਂਦਾ ਹੈ, ਉਹ ਜੂਨ ਵੱਖਰੀ ਨਹੀਂ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਉਹ ਆਪਣਾ ਤਨ ਵੇਚ ਰਹੀ ਹੈ, ਉਹਦੀਆਂ ਕੋਈ ਮਜਬੂਰੀਆਂ ਨੇ, ਉਹ ਇੱਕ ਵੱਖਰਾ ਟੌਪਿਕ ਹੈ। ਜੋ ਔਰਤ ਹੈ, ਪਤੀਵ੍ਰਤਾ ਹੈ, ਤਾਂ ਉਹ ਕੇਵਲ ਆਪਣੇ ਪਤੀ ਦੇ ਵਿੱਚ ਵਿਸ਼ਵਾਸ ਰੱਖਦੀ ਹੈ, ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵੱਲ ਤੱਕਦੀ ਔਰ ਝਾਕਦੀ ਤੱਕ ਨਹੀਂ। ਉਹਨੂੰ ਸੁਹਾਗਵੰਤੀ ਕਹਿ ਦਿੰਦੇ ਨੇ। ਤੇ ਜੋ ਔਰਤ ਕਿਸੇ ਮਜਬੂਰੀ ਕਾਰਨ ਜਾਂ ਕਿਸੇ ਵੀ ਕਾਰਨ ਆਪਣਾ ਤਨ ਵੇਚਦੀ ਹੈ, ਉਹਨੂੰ ਵੈਸ਼ਿਆ ਕਿਹਾ ਜਾਂਦਾ ਹੈ। ਦੋਵੇਂ ਔਰਤਾਂ ਹੀ ਨੇ, ਵੈਸ਼ਿਆ ਦੀ ਜੂਨ ਵੱਖਰੀ ਨਹੀਂ ਹੈ। ਇੱਥੇ ਜੂਨ ਦਾ ਮਤਲਬ ਹੈ ਬਿਰਤੀ, ਬੇਸਵਾ ਜੂਨ, ਵੇਸ਼ਵਾ ਵਾਲੀ ਬਿਰਤੀ। ਵਲਵਲ ਔਤਰੈ, ਵਲਵਲ ਦਾ ਮਤਲਬ ਮੁੜ ਮੁੜ ਕੇ, ਔਤਰੇ ਦਾ ਮਤਲਬ ਪੈਦਾ ਹੁੰਦੀ ਹੈ। ਤਾਂ ਐਸੇ ਮਨੁੱਖ ਦੇ ਅੰਦਰ ਮੁੜ ਮੁੜ ਕੇ ਵੈਸ਼ਿਆ ਵਾਲੀ ਬਿਰਤੀ, ਆਚਰਣਹੀਨਤਾ ਵਾਲੀ ਬਿਰਤੀ ਪੈਦਾ ਹੋਏਗੀ। ਕਿਹਦੇ ਅੰਦਰ? ਜਿਹਦਾ ਅੰਤ ਕਾਲ ਹੋ ਗਿਆ ਹੈ, ਜਿਹਦੀ ਜ਼ਮੀਰ ਮਰ ਗਈ ਹੈ, ਜੋ ਆਤਮਕ ਮੌਤੇ ਮਰ ਗਿਆ ਹੈ, ਔਰ ਆਤਮਕ ਮੌਤੇ ਹੋਏ, ਮਰੇ ਹੋਏ ਨੇ ਆਪਣੀ ਯਾਦ ਦੇ ਅੰਦਰ ਕਾਮ ਵਾਸਨਾ ਅਧੀਨ ਇਸਤਰੀ ਨੂੰ ਬਿਠਾ ਲਿਆ ਹੈ। ਐਸੇ ਹੀ ਯਤਨਾਂ ਦੇ ਅੰਦਰ ਜੋ ਹਮੇਸ਼ਾ ਲੱਗਾ ਰਹਿੰਦਾ ਹੈ, ਉਹਦੇ ਅੰਦਰ ਹਮੇਸ਼ਾ ਮੁੜ ਮੁੜ ਕੇ ਵੈਸ਼ਿਆ ਵਾਲੀ ਬਿਰਤੀ ਹੀ ਪੈਦਾ ਹੋਏਗੀ। ਇੱਕ ਔਰਤ ਦੇ ਨਾਲ ਉਹਦਾ ਮਨ ਨਹੀਂ ਭਰੇਗਾ, ਇੱਕ ਤੋਂ ਦੂਜੀ, ਦੂਜੀ ਤੋਂ ਤੀਜੀ ਵੱਲੋਂ ਤੱਕਦਾ ਰਹੇਗਾ, ਬਿਰਤੀ ਪੈਦਾ ਹੋਏਗੀ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਅੰਤ ਕਾਲ ਦਾ ਮਤਲਬ ਜਿਸ ਦੀ ਆਤਮਿਕ ਮੌਤ ਹੋ ਚੁੱਕੀ ਹੈ। ਲੜਕੇ ਸਿਮਰੇ, ਤੇ ਲੜਕੇ ਦਾ ਮਤਲਬ ਜੋ ਧੀਆਂ ਪੁੱਤਰ ਆਦਿਕ ਨੇ, ਔਲਾਦ ਹੈ। ਸਿਮਰੇ ਦਾ ਮਤਲਬ ਯਾਦ ਰੱਖਦਾ ਹੈ, ਹਮੇਸ਼ਾ ਆਪਣੇ ਹੀ ਬੱਚੇ ਯਾਦ ਨੇ, ਮੋਹ ਅਧੀਨ। ਐਸੀ ਚਿੰਤਾ ਮਹਿ ਜੇ ਮਰੇ, ਔਰ ਇਹੋ ਜੀ ਚਿੰਤਾ, ਇਹੋ ਜਿਹਾ ਉਦਮ ਕਿ ਮੇਰੇ ਆਉਣ ਵਾਲੇ ਬੱਚੇ, ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ। ਮਰੇ ਦਾ ਮਤਲਬ ਇਸੇ ਵਿੱਚ ਹੀ ਮਰਦਾ ਖਪਦਾ ਰਹੇ, ਯਾਨੀ ਯਤਨਸ਼ੀਲ ਰਹੇ, ਐਸੀ ਚਿੰਤਾ ਵਿੱਚ ਯਤਨਸ਼ੀਲ ਰਹੇ, ਤਨਦੇਹੀ ਨਾਲ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਦੀ ਆਤਮਿਕ ਮੌਤ ਹੋ ਚੁੱਕੀ ਹੈ, ਰੱਬੀ ਗੁਣਾਂ ਨੂੰ ਜਿਸ ਨੇ ਭੁਲਾ ਦਿੱਤਾ ਹੈ, ਔਰ ਮੋਹ ਦੇ ਅਧੀਨ ਜਿਸ ਨੇ ਆਪਣੀ ਯਾਦ ਦੇ ਅੰਦਰ ਸਿਰਫ ਔਰ ਸਿਰਫ ਆਪਣੀ ਔਲਾਦ ਨੂੰ ਹੀ ਬਿਠਾਇਆ ਹੋਇਆ ਹੈ, ਔਰ ਉਹਨਾਂ ਵਾਸਤੇ ਹੀ ਸਾਰੀ ਜ਼ਿੰਦਗੀ ਯਤਨਸ਼ੀਲ ਰਹਿੰਦਾ ਹੈ। ਸੂਕਰ ਜੋਨ ਵਲ ਵਲ ਔਤਰੈ। ਜੋਨ ਦਾ ਮਤਲਬ ਬਿਰਤੀ, ਸੂਕਰ ਦਾ ਮਤਲਬ ਸੂਰ। ਉਸ ਮਨੁੱਖ ਦੇ ਅੰਦਰ ਸੂਰ ਦੀ ਬਿਰਤੀ ਮੁੜ ਮੁੜ ਕੇ ਪੈਦਾ ਹੁੰਦੀ। ਤੇ ਸੂਰ ਦੀ ਬਿਰਤੀ ਕੀ ਹੈ? ਸੂਰ ਦੀ ਬਿਰਤੀ ਗੰਦਗੀ ਖਾਣ ਦੀ ਹੈ। ਸੂਰ ਦੀ ਬਿਰਤੀ ਗੰਦਗੀ ਖਾਣ ਦੀ ਹੈ। ਤਾਂ ਜਿਹੜਾ ਇਨਸਾਨ ਮੋਹ ਅਧੀਨ ਸਿਰਫ ਆਪਣੀ ਔਲਾਦ ਵਾਸਤੇ ਹੀ ਦੇਖੇਗਾ ਨਾ, ਜ਼ਮੀਰ ਮਰੀ ਹੋਵੇ ਅੰਦਰੋਂ, ਤਾਂ ਉਹ ਦੂਜਿਆਂ ਦੇ ਬੱਚਿਆਂ ਦੇ ਪੇਟ ਵੱਢ ਕੇ ਆਪਣੇ ਬੱਚਿਆਂ ਨੂੰ ਖਵਾਏਗਾ, ਦੂਜੇ ਬੱਚਿਆਂ ਦੇ ਹੱਕ ਆਪਣੇ ਬੱਚਿਆਂ ਵਾਸਤੇ ਵਰਤੇਗਾ, ਦੂਜਿਆਂ ਦੇ ਹੱਕ ਖਾ ਜਾਏਗਾ। ਤਾਂ ਇਹਨੂੰ ਕਹਿੰਦੇ ਨੇ ਸੂਰ ਦੀ ਬਿਰਤੀ। ਔਰ ਐਸਾ ਹੋ ਰਿਹਾ ਹੈ ਨਾ ਜਗਤ ਦੇ ਅੰਦਰ, ਜਿਹੜਾ ਬੰਦਾ ਐਸੀ ਬਿਰਤੀ ਵਾਲਾ ਹੁੰਦਾ ਹੈ, ਉਹ ਦੂਜੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਦੂਜਿਆਂ ਦੇ ਵਿਨਾਸ਼ ਵਿੱਚੋਂ ਆਪਣਾ ਵਿਕਾਸ ਭਾਲਦਾ ਹੈ, ਦੂਜਿਆਂ ਦੀ ਮੌਤ ਦੇ ਅੰਦਰੋਂ ਆਪਣੀ ਜ਼ਿੰਦਗੀ ਲੱਭਦਾ ਹੈ, ਦੂਜਿਆਂ ਦੀ ਬੇਇੱਜ਼ਤੀ ਵਿੱਚੋਂ ਆਪਣੀ ਇੱਜ਼ਤ ਭਾਲਦਾ ਹੈ। ਉਹਦੇ ਅੰਦਰ ਐਸੀ ਬਿਰਤੀ ਬਣੀ ਰਹਿੰਦੀ, ਔਰ ਬਾਰ-ਬਾਰ ਇਹੀ ਕੰਮ ਕਰੀ ਜਾਂਦਾ ਹੈ।
ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਐਸੀ ਚਿੰਤਾ ਮਹਿ ਜੇ ਮਰੇ ਦਾ ਮੁਕੰਮਲ ਭਾਵ ਹੈ ਕਿ ਇਹੋ ਜਿਹੇ ਉਦਮ ਦੇ ਅੰਦਰ ਹੀ ਸਾਰੀ ਜ਼ਿੰਦਗੀ ਯਤਨਸ਼ੀਲ ਰਹੀ ਜਾਏ, ਇਹੋ ਜਿਹੀ ਚਿੰਤਾ ਵਿੱਚ ਹੀ ਲੱਗਾ ਰਹੇ। ਅੰਤ ਕਾਲ ਦਾ ਮਤਲਬ ਜਿਸ ਦਾ ਅੰਤ ਕਾਲ ਹੋ ਚੁੱਕਾ ਹੈ, ਆਤਮਕ ਮੌਤ ਜਿਹਦੀ ਹੋ ਗਈ ਹੈ, ਅੰਦਰੋਂ ਇਨਸਾਨੀਅਤ ਮਰ ਗਈ ਹੈ। ਮੰਦਰ ਦਾ ਮਤਲਬ ਮਕਾਨ, ਮਹਿਲ, ਮਾੜੀਆਂ। ਸਿਮਰੇ ਦਾ ਮਤਲਬ ਹਮੇਸ਼ਾ ਯਾਦ ਵਿੱਚ ਰੱਖਦਾ ਹੈ। ਜਿਹੜਾ ਮਨੁੱਖ ਆਤਮਕ ਮੌਤ ਤੇ ਮਰਿਆ ਹੈ ਔਰ ਆਪਣੇ ਘਰ, ਮਹਿਲ, ਮਾੜੀਆਂ ਦੇ ਹੀ ਹੋਕੇ ਲੈਂਦਾ ਰਹਿੰਦਾ ਹੈ, ਹਮੇਸ਼ਾ ਉਹਦੇ ਮਨ ਦੇ ਅੰਦਰ ਮਹਿਲ ਮਾੜੀਆਂ ਹੀ ਨੇ ਕਿ ਮੈਂ ਹੋਰ ਮਹਿਲ ਬਣਾ ਲਵਾਂ। ਇਹੋ ਜਿਹੀ ਚਿੰਤਾ ਦੇ ਅੰਦਰ ਜੋ ਸਾਰੀ ਜ਼ਿੰਦਗੀ ਯਤਨਸ਼ੀਲ ਰਹਿੰਦਾ ਹੈ, ਪ੍ਰੇਤ ਜੋਨ ਵਲ ਔਤਰੈ। ਇੱਥੇ ਜੋਨ ਦਾ ਮਤਲਬ ਬਿਰਤੀ, ਤਾਂ ਉਹਦੇ ਅੰਦਰ ਮੁੜ ਕੇ ਪ੍ਰੇਤ ਦੀ ਬਿਰਤੀ ਪੈਦਾ ਹੁੰਦੀ ਹੈ, ਯਾਨੀ ਉਹ ਪ੍ਰੇਤ ਬਣ ਜਾਂਦਾ ਐਸੇ ਜ਼ਿੰਦਗੀ ਵਿੱਚ। ਜਿਵੇਂ ਅਸੀਂ ਕਹਿੰਦੇ ਨਾ, ਮਾਇਆ ਮੋਹ ਸਭ ਪ੍ਰੇਤ ਹੈ। ਮਾਇਆ ਦਾ ਮੋਹ ਪ੍ਰੇਤ ਹੈ। ਪ੍ਰੇਤ ਭੂਤ ਸਭ ਦੂਜੇ ਲਾਏ, ਜਿਹੜੇ ਇੱਕ ਨੂੰ ਛੱਡ ਕੇ ਦੂਜੇ ਦੇ ਵਿੱਚ ਲੱਗੇ ਨੇ ਉਹ ਸਾਰੇ ਪ੍ਰੇਤ ਹੀ ਨੇ। ਤਾਂ ਉਹਦੇ ਅੰਦਰ ਇੱਕ ਨੂੰ ਛੱਡ ਕੇ ਦੂਜੇ ਵਿੱਚ ਲੱਗਣ ਦੀ ਬਿਰਤੀ ਪੈਦਾ ਹੋਈ ਰਹਿੰਦੀ, ਉਹ ਦੂਜਿਆਂ ਨੂੰ ਫਿਰ ਦੁਖੀ ਕਰਦਾ ਰਹਿੰਦਾ ਹੈ। ਉਸ ਮਨੁੱਖ ਦੇ ਅੰਦਰ ਹਮੇਸ਼ਾ ਪ੍ਰੇਤ ਵਾਲੀ ਬਿਰਤੀ ਬਾਰ-ਬਾਰ ਪੈਦਾ ਹੁੰਦੀ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਪਰ ਜੇ ਕਿਸੇ ਦੀ ਆਤਮਕ ਮੌਤ ਹੋ ਗਈ ਹੋਵੇ ਪ੍ਰਭੂ ਨੂੰ ਭੁੱਲਣ ਕਰਕੇ, ਆਤਮਕ ਮੌਤ ਹੋ ਗਈ ਹੋਵੇ, ਪਰ ਜੇ ਉਹਨੂੰ ਰੱਬ ਯਾਦ ਆ ਜਾਏ, ਉਹਦੀ ਯਾਦ ਦੇ ਅੰਦਰ ਰੱਬ ਆ ਜਾਏ, ਨਾਰਾਇਣ ਸਿਮਰੇ, ਜੇ ਉਹ ਪ੍ਰਭੂ ਨੂੰ ਸਿਮਰੇ, ਰੱਬੀ ਗੁਣਾਂ ਨੂੰ ਜੇਕਰ ਉਹ ਯਾਦ ਕਰਨ ਲੱਗ ਜਾਏ, ਐਸੀ ਚਿੰਤਾ ਮਹਿ ਜੇ ਮਰੇ। ਤੇ ਜੇ ਇਹੋ ਜਿਹੀ ਚਿੰਤਾ ਦੇ ਅੰਦਰ ਉਹ ਯਤਨਸ਼ੀਲ ਹੋ ਜਾਏ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ। ਭਗਤ ਤਿਰਲੋਚਨ ਜੀ ਕਹਿੰਦੇ ਨੇ ਉਹ ਇਨਸਾਨ ਮੁਕਤ ਹੋ ਜਾਂਦਾ ਹੈ। ਪੀਤੰਬਰ ਦਾ ਮਤਲਬ ਪੀਲੇ ਅੰਬਰ ਵਾਲਾ, ਯਾਨੀ ਪ੍ਰਭੂ। ਵਾਕੇ ਦਾ ਮਤਲਬ ਉਹਦੇ ਹਿਰਦੇ ਵਿੱਚ, ਉਸ ਮਨੁੱਖ ਦੇ ਹਿਰਦੇ ਦੇ ਅੰਦਰ ਪ੍ਰਭੂ ਵਸ ਜਾਂਦਾ ਹੈ। ਉਹ ਮਨੁੱਖ ਧਨ, ਇਸਤਰੀ, ਪੁੱਤਰ ਔਰ ਘਰ ਆਦਿਕ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ। ਉਹਦੇ ਅੰਦਰ ਧਨ, ਇਸਤਰੀ, ਪੁੱਤਰ, ਘਰ ਆਦਿਕ ਦਾ ਮੋਹ ਨਹੀਂ ਰਹਿੰਦਾ। ਉਹ ਇਸ ਮੋਹ ਤੋਂ ਉੱਤੇ ਹੋ ਕੇ, ਨਿਰਲੇਪ ਹੋ ਕੇ ਜ਼ਿੰਦਗੀ ਜੀਂਦਾ ਹੈ। ਉਹਦੇ ਹਿਰਦੇ ਦੇ ਅੰਦਰ, ਉਹਦੀ ਸੋਚ ਦੇ ਅੰਦਰ ਪ੍ਰਭੂ ਆਪ ਆਵਸਦਾ ਹੈ। ਇਸ ਲਈ ਭਗਤ ਤਿਰਲੋਚਨ ਜੀ ਸਾਨੂੰ ਸਮਝਾ ਰਹੇ ਨੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਕਿ ਹੇ ਮੇਰੀ ਇਹ ਭੈਣੇ, ਕਦੇ ਵੀ ਰੱਬੀ ਗੁਣਾਂ ਨੂੰ ਨਾ ਭੁਲਾ। ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖ। ਰੱਬੀ ਗੁਣਾਂ ਨੂੰ ਯਾਦ ਰੱਖੋਗੇ, ਕਦੇ ਆਤਮਕ ਮੌਤ ਨਹੀਂ ਹੋਏਗੀ। ਐਸੀਆਂ ਬਿਰਤੀਆਂ ਇਨਸਾਨ ਦੇ ਅੰਦਰ ਪੈਦਾ ਨਹੀਂ ਹੋਣਗੀਆਂ। ਇਨਸਾਨ ਬਣ ਕੇ ਜੀ ਸਕੇਗਾ, ਰੱਬ ਦਾ ਰੂਪ ਹੋ ਕੇ ਜੀ ਸਕੇਗਾ। ਇਸ ਲਈ ਸਾਨੂੰ ਚਾਹੀਦਾ ਹੈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ, ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੀ ਬਿਰਤੀ ਵਿੱਚੋਂ, ਆਪਣੀ ਸੋਚ ਵਿੱਚੋਂ ਐਸੀ ਸੋਚ ਨੂੰ ਖਤਮ ਕਰਕੇ ਤੇ ਮਨੁੱਖਤਾ ਵਾਲੀ ਜੋ ਸੋਚ ਗੁਰੂ ਜੀ ਨੇ ਸਾਨੂੰ ਦਿੱਤੀ ਹੈ, ਰੱਬੀ ਗੁਣਾਂ ਵਾਲੀ ਸੋਚ ਦਿੱਤੀ ਹੈ, ਉਸ ਸੋਚ ਨੂੰ ਮਨ ਬਚਨ ਕਰਕੇ ਆਪ ਵੀ ਅਪਣਾਈਏ ਔਰ ਦੂਜੇ ਵੀ ਸਮਾਜ ਤੱਕ ਇਹ ਸੋਚ ਪਹੁੰਚਾਈਏ, ਜਿਸ ਕਰਕੇ ਇਹ ਸੰਸਾਰ ਔਰ ਸਮਾਜ ਜਿਹੜਾ ਹੈ ਉਹ ਸਵਰਗ ਬਣ ਸਕੇ ਔਰ ਇਹ ਸੰਸਾਰ ਬੇਗਮਪੁਰਾ ਹੋ ਸਕੇ।